अस्सलामुअलैकुम रिस्पैक्टेड व्यूअर्स। ਇਹ ਤੇ ਗੱਲ ਸਾਨੂੰ ਤਸਲੀਮ ਕਰ ਲੈਣੀ ਚਾਹੀਦੀ ਏ ਕਿ ਸਾਡੇ ਜਿਹੀ ਬੇਹਿਸ ਕੌਮ ਇਸ ਦੁਨੀਆ ਦੇ ਉੱਤੇ ਵਸਦੀ ਹੀ ਹੋਰ ਕੋਈ ਨਹੀਂ। ਫਿਰ ਸਾਡੇ ਕਲਚਰ ਦੇ ਵਿੱਚ ਬਹੁਤ ਸਾਰੇ ਰਸਮੋ ਰਿਵਾਜ ਨੇ ਕਿ ਮਿਸਾਲ ਦੇ ਤੌਰ ਤੇ ਕਿਸੇ ਦੀ ਸ਼ਾਦੀ ਤੇ ਜਾਈਏ ਤੇ ਉੱਥੇ ਜ਼ਰੂਰ ਵਰਤਣ ਦਈਦੀ ਏ ਜਿਹੜੀ ਅਗਲਿਆਂ ਨੇ ਦਿੱਤੇ ਹੁੰਦੇ ਨੇ ਸ਼ਾਦੀਆਂ ਤੇ ਉਹ ਵਾਪਸ ਕਰੀਦੇ ਨੇ। ਫਿਰ ਦੂਸਰਾ ਜਿਹੜੇ ਵੇਲੇ ਕਿਸੇ ਹਸਪੀਟਲ ਦੇ ਵਿੱਚ ਅਸੀਂ ਜਾਂਦੇ ਹਾਂ ਪਤਾ ਹੁੰਦਾ ਹੈ ਕਿ ਬੰਦਾ ਵਕਤੀ ਤੌਰ ਤੇ ਬਿਮਾਰ ਹੈ, ਖੁਦਾ ਨਾ ਖਾਸਤਾ ਉਹਦੇ ਪਿਛਲੇ ਘਰੇ ਵਾਲੇ ਉਜੜ ਨਹੀਂ ਗਏ ਹੁੰਦੇ ਕਿ ਤੁਸੀਂ ਜਾਂਦੇ ਹੋ ਤੇ 500 1000 2000 ਉਹਦੇ ਸਰਾਣੇ ਦੇ ਥੱਲੇ ਧਰ ਕੇ ਆਉਂਦੇ ਹੋ ਕਿ ਚਲੋ ਸਾਡੀ ਤਰਫੋਂ ਵੀ ਪੁੱਛ ਹੋ ਜਾਏ ਕਿ ਅਸਾਂ ਵੀ ਦਮਾਦਾਰੀ ਫਲਾਂ ਬੰਦੇ ਦੀ ਕੀਤੀ। ਇਸ ਹੱਦ ਤੱਕ ਤੇ ਸਾਡੇ ਵਿੱਚ ਇਹ ਰਿਵਾਜ ਬਹੁਤ ਟਾਪ ਕੁਆਲਿਟੀ ਹੈ ਕਿ ਬਿਮਾਰ ਬੰਦੇ ਦੀ ਮਦਦ ਕਰੋ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਟੌਪਿਕ ਲੈ ਕੇ ਆਇਆ ਕਿ ਜਿਹੜੇ ਵੇਲੇ ਖੁਦਾ ਨਾ ਖਾਸਤਾ ਕੋਈ ਜਵਾਨ ਆਦਮੀ 35 40 ਸਾਲ ਦਾ ਫੌਤ ਹੋ ਜਾਂਦਾ ਹੈ ਆਪਣੇ 4 ਬੱਚੇ ਛੱਡ ਕੇ ਇਸ ਦੁਨੀਆ ਦੇ ਉੱਤੇ, ਹਰ ਬੰਦਾ ਜਾਇਦਾ ਅਫਸੋਸ ਵਾਸਤੇ, ਹਰ ਬੰਦਾ ਜਾਇਦਾ ਜਨਾਜ਼ਾ ਪੜਨ, ਬਹੁਤ ਯਤੀਮਾਂ ਨੂੰ ਸੀਨੇ ਨਾਲ ਲਾ ਕੇ ਪਿਆਰ ਕਰਨ ਦੇ ਕਿ ਅਸੀਂ ਬੇਟਾ ਤੇਰੇ ਹਾਂ, ਅਸੀਂ ਤੇਰੇ ਹਾਂ। ਓਏ ਤੁਸੀਂ ਲੱਖ ਤੇਰੇ ਹੋ। ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕੁੱਲੋ ਕਰਵਾ ਕੇ ਜਿਹੜੇ ਵੇਲੇ ਨਿਕਲਣਾ, ਭਾਵੇਂ ਰਿਸ਼ਤੇਦਾਰ ਹੋ, ਭਾਵੇਂ ਮਹੱਲੇਦਾਰ ਹੋ, ਭਾਵੇਂ ਦੂਰ ਦਰਾਜ਼ ਤੋਂ ਲੱਗਦੇ ਹੋ, ਤੁਸੀਂ ਸਾਰੇ ਦੇ ਸਾਰੇ ਅਫਸੋਸ ਕਰਕੇ ਤੇ ਕੁੱਲ ਤੋਂ ਬਾਅਦ ਆਪਣੇ ਆਪਣੇ ਘਰਾਂ ਦੇ ਵਿੱਚ ਰਹਿ ਗਿਆ ਉਸ ਗਰੀਬ ਦਾ ਘਰ ਜਿਹੜਾ ਮਰ ਗਿਆ ਆਪਣੇ 4 ਬੱਚੇ ਛੱਡ ਕੇ, ਉਹਦੀ ਔਲਾਦ ਤੇ ਰੋਣ ਵਾਸਤੇ ਤਿਆਰ ਹੈ। ਰੁੜ ਜਾਂਦੇ ਨੇ ਉਹ ਬੱਚੇ ਜਿਨ੍ਹਾਂ ਦੇ ਸਿਰ ਤੇ ਵਾਲਦ ਦਾ ਸਾਇਆ ਨਹੀਂ ਰਹਿੰਦਾ ਤੇ ਮਾਵਾਂ ਸ਼ੋਧੀਆਂ ਵੀ ਕੋਈ ਪੜ੍ਹੀਆਂ ਲਿਖੀਆਂ ਨਹੀਂ ਹੁੰਦੀਆਂ। ਮੈਂ ਇੱਥੇ ਐਡਵਾਈਸ ਕਰਾਂਗਾ ਕਿ ਖੁਦਾ ਦਾ ਵਾਸਤਾ ਜੇ ਆਪਣੀਆਂ ਧੀਆਂ ਨੂੰ ਜ਼ਰੂਰ ਪੜ੍ਹਾਇਓ ਤੇ ਅਗਰ ਇਸ ਤਰ੍ਹਾਂ ਦੀ ਪੜ੍ਹੀ ਲਿਖੀ ਵੀ ਨਾ ਹੋਵੇ ਤੇ ਬੇਵਾ ਵੀ ਹੋ ਜਾਏ, 4 ਬੱਚੇ ਵੀ ਛੱਡ ਕੇ, ਤੇ ਉਹਨਾਂ ਦਾ ਵਾਲੀ ਵਾਰਸ ਨਾ ਰੋਟੀ ਦਾ ਕੋਈ ਬਣਦਾ ਜੇ ਤੇ ਨਾ ਸਕੂਲਾਂ ਦਾ ਬਣਦਾ ਜੇ, ਤੇ ਅਗਲੀ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਾ ਸਵਾਏ ਦੋਜ਼ਖ ਤੋਂ ਹੋਰ ਕੁਝ ਵੀ ਨਹੀਂ ਹੈ। ਕਿਆ ਸਾਨੂੰ ਐਜ਼ ਏ ਕੌਮ, ਕੋਈ ਆਪਣਾ ਪੰਜਾਬ ਦੇ ਲੋਕ, ਕਿਆ ਸਾਨੂੰ ਆਪਣੇ ਕਲਚਰ ਦੇ ਵਿੱਚ ਕੋਈ ਐਸਾ ਸਿਸਟਮ ਇੰਟਰੋਡਿਊਸ ਨਹੀਂ ਕਰਵਾਉਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਦੇਖਿਆ ਜਾਏ ਕਿ ਗਰੀਬ ਦੇ ਘਰ ਜਿਹਦੇ ਮਈਤ ਹੋ ਗਈ ਏ ਉੱਥੇ ਕੋਈ ਡੱਬਾ ਪੈਸਿਆਂ ਵਾਲਾ ਜਿਕਣ ਮਸਜਿਦ ਵਿੱਚ ਹੁੰਦੇ ਨੇ ਨਾ, ਉਸ ਤਰ੍ਹਾਂ ਦਾ ਡੱਬਾ ਉਹਦੇ ਘਰ ਧਰੋ। ਫਿਰ ਜਿੰਨੇ ਕਿਸੇ ਜਨਾਜ਼ਾ ਪੜਨ ਦਾ ਵੀ ਟਾਈਮ ਕੋਈ ਨਹੀਂ ਤੇ ਉਹਨੂੰ ਪਤਾ ਲੱਗਦਾ ਕਿ ਉਹ ਗਰੀਬ ਬੰਦਾ ਮਰ ਗਿਆ ਤੇ ਮੇਰੇ ਕੋਲ ਟਾਈਮ ਕੋਈ ਨਹੀਂ, ਤੇ ਨਹੀਂ ਟਾਈਮ ਤੇ ਪੈਸੇ ਭਿਜਵਾ ਦਿਓ 5000 10000 20000 ਤਾਂ ਕਿ ਉਸ ਡੱਬੇ ਦੇ ਵਿੱਚ ਪਹੁੰਚ ਜਾਏ, ਤਾਂ ਕਿ ਤੁਸੀਂ ਕੁੱਲੋ ਤੋਂ ਬਾਅਦ ਚਲੇ ਜਾਓ ਤੇ ਉਹਨਾਂ ਦੇ ਘਰ ਦਾ ਕਿਚਨ ਨਾ ਰੁਕੇ, ਚੱਲੇ, ਬੱਚੇ ਖਾਣ, ਦਵਾ ਦੇਣ ਤੇ ਤੁਹਾਨੂੰ, ਤੇ ਤੁਹਾਡੀ ਸਾਰੀਆਂ ਨਸਲਾਂ ਉਹਦੇ ਨਾਲ ਬਖਸ਼ੀਆਂ ਜਾਣਗੀਆਂ ਤੇ ਪੁਰਸਕੂਨ ਹੋਣਗੀਆਂ, ਤੇ ਲਓ ਨਾ ਦਵਾ। ਤੇ ਕੋਈ ਐਸਾ ਸਿਸਟਮ ਇੰਟਰੋਡਿਊਸ ਕਰਵਾਓ ਕਿ ਡੱਬਾ ਰੱਖੋ ਤਾਂ ਕਿ ਉਹ ਭਰ ਜਾਏ ਤੇ ਕੁਝ ਦਿਨ 6 ਮਹੀਨੇ ਕਮ ਸੇ ਕਮ ਉਹਨਾਂ ਘਰ ਦੀ ਰੋਟੀ ਚੱਲੇ। ਤੇ ਕੁਝ ਮਹੀਰ ਹਜ਼ਰਾਤ ਪੁੱਛਣ ਕਿ ਬੱਚਾ ਕਿਹੜੀ ਕਿਹੜੀ ਕਲਾਸ ਦੇ ਵਿੱਚ, ਬੱਚਿਆਂ ਦੀ ਜ਼ਰੂਰੀਆਤ ਕੀ ਨੇ, ਸਾਰਿਆਂ ਦੀ ਬੋਲੋ। ਮੈਂ 4 ਦੀ ਤੇ ਜ਼ਿੰਮੇਵਾਰੀ ਕਫਾਲਤ ਨਹੀਂ ਕਰ ਸਕਦਾ, ਮੈਂ 1 ਦੀ ਕਫਾਲਤ ਕਰ ਸਕਣਾ, ਇਹਨੂੰ ਪੜ੍ਹਾ ਦਿਆਂਗਾ ਮੈਂ, ਤੇ ਕੋਈ ਹੋਰ ਬੰਦਾ ਦੂਸਰੇ ਦੀ ਜ਼ਿੰਮੇਵਾਰੀ ਲੈ, ਤੀਸਰੇ ਦੀ ਲੈ। ਇਸ ਤਰ੍ਹਾਂ ਮਾਸ਼ਰਾ ਜੰਨਤਾਰ ਬਣੇਗਾ, ਪੁਰਸਕੂਨ ਮਾਸ਼ਰਾ ਹੋਵੇਗਾ, ਹਰ ਬੰਦੇ ਦਾ ਜੀਣ ਤੇ ਇਸ ਮਾਸ਼ਰੇ ਦੇ ਵਿੱਚ ਦਿਲ ਕਰੇਗਾ ਕਿ ਥੋੜਾ ਜਿਹਾ ਦੁਨੀਆ ਨੂੰ ਅਹਿਸਾਸ ਹੋ ਗਿਆ ਹੈ। ਤੇ ਮੇਰੀ ਅਗਰ ਇਹ ਗੱਲ ਪਸੰਦ ਆਈ ਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਤੇ ਅਗਰ ਨਾਗਵਾਰ ਗੁਜ਼ਰੀ ਤੇ ਮੇਰੇ ਅਕਾਊਂਟ ਨੂੰ ਬੇਸ਼ੱਕ ਬਲੌਕ ਕਰ ਦਿਓ ਤਾਂ ਕਿ ਮੇਰੀ ਅਗਲੀ ਆਉਣ ਵਾਲੀ ਵੀਡੀਓ ਤੁਹਾਨੂੰ ਡਿਸਟਰਬ ਨਾ ਕਰੇ। ਮੈਂ ਕਿ ਅਗਰ ਮੇਰੀ ਵੀਡੀਓ ਇਹ ਲਈ ਪਸੰਦ ਨਹੀਂ ਆਉਂਦੀ ਤੇ ਤੁਸੀਂ ਇਹਨੂੰ ਬਲੌਕ ਕਰ ਦਿਓ ਮੇਰੇ ਅਕਾਊਂਟ ਨੂੰ, ਤਾਂ ਕਿ ਮੇਰੀ ਕੋਈ ਨੈਕਸਟ ਵੀਡੀਓ ਕੋਈ ਤੁਹਾਨੂੰ ਪਸੰਦ ਨਾ ਆਵੇ, ਨਾਗਵਾਰੀ ਦਾ ਇਜ਼ਹਾਰ ਕਰੋ। ਤੇ ਮੈਂ ਆਪਣੀ ਜ਼ਾਤੀ ਵਜ੍ਹਾ ਤੋਂ ਨਹੀਂ ਚਾਹੁੰਦਾ ਕਿ ਇਸ ਦੁਨੀਆ ਦਾ ਕੋਈ ਅਫਸਰ ਹੈ ਜਾਂ ਜੂਨੀਅਰ ਹੈ ਮੇਰੇ ਅਤਾਬ ਦੇ ਵਿੱਚ ਆਵੇ, ਮੇਰੀ ਵਜ੍ਹਾ ਤੋਂ ਇਰੀਟੇਟ ਹੋਵੇ। ਤੌਬਾ, ਮੈਂ ਪਨਾਹ ਮੰਗਣਾ, ਅੱਲਾਹ को माफ़ी मंगना कि या अल्लाह मेरी वजह ਤੋਂ
ਦੂਸਰਿਆਂ ਬੰਦਿਆਂ ਨੂੰ ਮਹਿਫੂਜ਼ ਰੱਖੀ। ਇਜਾਜ਼ਤ ਚਾਹਾਂਗਾ। ਅੱਲਾ ਹਾਫਿਜ਼।